हेलो एवरीवन, मैं सपनदीप कौर, मैथ मिस्ट्रेस गवर्नमेंट हाई स्कूल लेहल डिस्ट्रिक्ट गुरदासपुर तो। बच्चों, ਅੱਜ इस वीडियो ਦੇ ਵਿੱਚ मैं ਤੁਹਾਨੂੰ 9th क्लास ਦੀ वर्कशीट नंबर 3 सॉल्व करवावांगी, ਜਿਹਦੇ ਵਿੱਚ ਅਸੀਂ ਚੈप्टर नंबर 3 कोआर्डीनेट ज्योमेट्री ਦੀ ਰਿਵੀਜ਼ਨ ਕਰਾਂਗੇ। ਬੱਚਿਓ, ਇਹ ਵਰਕਸ਼ੀਟਸ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੁਆਰਾ ਹਰ ਸਕੂਲ ਦੇ ਵਿੱਚ ਬੱਚੇ ਤੱਕ ਪਹੁੰਚਾ ਦਿੱਤੀਆਂ ਗਈਆਂ ਨੇ। ਇਹਨਾਂ ਵਰਕਸ਼ੀਟ ਨੂੰ ਇਸ ਤਰੀਕੇ ਨਾਲ ਇੰਨੇ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਹਰ ਚੈਪਟਰ ਨੂੰ ਸਿਸਟਮੈਟਿਕਲੀ ਅਰੇਂਜ ਕਰਕੇ ਸਿਰਫ 2 ਪੇजेस ਦੇ ਵਿੱਚ ਕਵਰ ਅਪ ਕੀਤਾ ਗਿਆ ਹੈ। ਇਸ ਤੋਂ ਈਜ਼ੀ ਮੈਥਡ ਹੋਰ ਕੋਈ ਨਹੀਂ ਹੈ ਆਪਣੇ ਪੂਰੇ ਚੈਪਟਰ ਨੂੰ ਰਿਵਾਈਜ਼ ਕਰਨ ਦਾ। ਇਹ ਵੀਡੀਓਜ਼ ਜਾਂ ਇਹ ਹਾਰਡ ਕਾਪੀਜ਼ ਜਿਹੜੀਆਂ ਤੁਹਾਡੇ ਕੋਲ ਹੈਗੀਆਂ ਨੇ, ਇਹਨਾਂ ਨੂੰ ਅਗਰ ਤੁਸੀਂ ਪੇਪਰ ਵਾਲੇ ਟਾਈਮ ਤੇ ਰਿਵਾਈਜ਼ ਕਰ ਲੋਗੇ ਤੁਹਾਡਾ ਸਾਰਾ ਜਿਹੜਾ ਚੈਪਟਰ ਹੈ ਅੱਧੇ ਘੰਟੇ 'ਚ ਰਿਵਾਈਜ਼ ਹੋ ਜਾਣਾ ਹੈ। ਇਸ ਕਰਕੇ ਸਾਰੀਆਂ ਵੀਡੀਓਜ਼ ਨੂੰ ਚੈਪਟਰ ਵਾਈਜ਼ ਜ਼ਰੂਰ ਦੇਖੋ ਤੇ ਇਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ। ਅੱਜ ਦਾ ਸਾਡਾ ਚੈਪਟਰ ਹੈ ਕੋਆਰਡੀਨੇਟ ਜਿਓਮੈਟਰੀ। ਕੋਆਰਡੀਨੇਟ ਜਿਓਮੈਟਰੀ ਇੱਕ ਬ੍ਰਾਂਚ ਹੈ ਜਿਓਮੈਟਰੀ ਦੀ where the position of points on the plane is defined with the help of ordered pair of number or coordinates। ਸਾਡੇ ਕੋਲ ਕੋਈ ਵੀ ਕੋਆਰਡੀਨੇਟਸ ਹੋਣਗੇ, ਕੁਝ ਆਰਡਰਡ ਪੇਅਰ ਦੇ ਵਿੱਚ ਹੋਣਗੇ। ਕਈ ਵਾਰੀ ਬੱਚੇ ਤੁਸੀਂ ਦੇਖਿਆ ਹੋਏਗਾ ਇੱਕ ਬ੍ਰੈਕਟ ਦਾ ਨਿਸ਼ਾਨ ਲੱਗਿਆ ਹੁੰਦਾ, ਫਿਰ ਇੱਥੇ x ਲਿਖਿਆ ਹੁੰਦਾ ਹੈ, ਇੱਥੇ ਕੌਮਾ, ਇੱਥੇ y, ਫਿਰ ਬ੍ਰੈਕਟ ਕਲੋਜ਼ ਕੀਤੀ ਜਾਂਦੀ ਹੈ। ਇਹਨਾਂ ਨੂੰ ਅਸੀਂ ਕਹਿੰਦੇ ਕੋਆਰਡੀਨੇਟਸ, ਨਿਰਦੇਸ਼ ਅੰਕ। ਹੁਣ ਇਸ ਬ੍ਰਾਂਚ ਦੇ ਵਿੱਚ ਇਸ ਚੈਪਟਰ ਦੇ ਵਿੱਚ ਅਸੀਂ ਕੀ ਕਰਾਂਗੇ, ਲੋਕੇਟ ਕਰਾਂਗੇ ਇਹਨਾਂ ਪੁਆਇੰਟਸ ਨੂੰ। x ਦੀ ਜਗ੍ਹਾ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਕੋਈ ਵੀ ਇੰਟੀਜਰ ਹੋ ਸਕਦਾ ਹੈ, y ਦੀ ਜਗ੍ਹਾ ਤੇ ਕੋਈ ਵੀ ਇੰਟੀਜਰ ਹੋ ਸਕਦਾ ਹੈ, 1 2 3 4 0 ਜਾਂ ਮਾਈਨਸ ਵਾਲੀਆਂ ਟਰਮਸ ਕੁਝ ਵੀ ਹੋ ਸਕਦੀਆਂ ਨੇ। ਹੁਣ ਇਹਨਾਂ ਨੂੰ ਜਦੋਂ ਅਸੀਂ ਪੋਜੀਸ਼ਨਸ ਨੂੰ ਲੋਕੇਟ ਕਰਨਾ ਇੱਕ ਪਲੇਨ ਦੇ ਉੱਪਰ, ਆਹ ਵਿੱਚ ਇੱਕ ਪਲੇਨ ਹੈਗਾ ਜਿਹਦੇ ਵਿੱਚ ਕੁਝ ਲਾਈਨਸ ਨੇ, ਕੁਝ ਨੰਬਰਸ ਲਿਖੇ ਹੋਏ ਨੇ, ਉਹਨਾਂ ਨੂੰ ਅਸੀਂ ਸਮਝ ਲੈਂਦੇ ਹਾਂ। ਸਭ ਤੋਂ ਜਿਹੜੀ ਪਹਿਲੀ ਲਾਈਨ ਹੈ ਹੌਰੀਜ਼ੌਂਟਲ ਲਾਈਨ। ਹੌਰੀਜ਼ੌਂਟਲ ਲਾਈਨ ਜਿਹੜੀ ਹੈ ਇਹ ਵਾਲੀ, ਇਹਨੂੰ ਅਸੀਂ ਕਹਿੰਦੇ ਹਾਂ ਐਕਸ ਐਕਸਿਸ। ਇੱਕ ਹੁੰਦੀ ਬੱਚਿਓ ਵਰਟੀਕਲ ਲਾਈਨ ਜਿਹਨੂੰ ਅਸੀਂ ਕਵਾਂਗੇ ਵਾਈ ਐਕਸਿਸ। ਜਿੱਥੇ ਐਕਸ ਐਕਸਿਸ ਤੇ ਵਾਈ ਐਕਸਿਸ ਮੀਟ ਕਰਦੀਆਂ ਨੇ ਉਸ ਪੁਆਇੰਟ ਨੂੰ ਅਸੀਂ 0 ਕਹਿੰਦੇ ਹਾਂ, ਔਰੀਜਨ ਜਾਂ ਮੂਲ ਬਿੰਦੂ। ਇੱਥੇ x ਵੀ 0 ਹੁੰਦਾ ਹੈ ਤੇ y ਦੀ ਵੈਲਿਊ ਵੀ 0। ਹੁਣ ਇਸ 0 ਤੋਂ ਅਗਰ ਅਸੀਂ ਰਾਈਟ ਸਾਈਡ ਤੇ ਮੂਵ ਕਰਦੇ ਹਾਂ x ਐਕਸਿਸ ਦੇ ਉੱਪਰ, ਤੇ ਇੱਥੇ ਸਾਰੇ ਜਿਹੜੇ ਨੰਬਰਸ ਨੇ ਉਹ ਪੋਜ਼ਿਟਿਵ ਨੰਬਰਸ ਨੇ, 1 2 3 4 ਨੰਬਰਸ ਕਿਹੜੇ ਨੇ, ਪੋਜ਼ਿਟਿਵ। ਇਸੇ ਤਰ੍ਹਾਂ ਅਗਰ ਅਸੀਂ ਲੈਫਟ ਸਾਈਡ ਤੇ ਬੱਚਿਓ ਮੂਵ ਕਰਾਂਗੇ ਤੇ ਹੋਏਗਾ -x ਵਾਲਾ, ਮੀਨਸ -1 -2 -3 -4 -5 ਐਂਡ ਸੋ ਔਨ। ਇਸੇ ਤਰ੍ਹਾਂ ਇਸ 0 ਤੋਂ ਅਗਰ ਅਸੀਂ ਉੱਪਰ ਵੱਲ ਨੂੰ ਮੂਵ ਕਰਾਂਗੇ ਇੱਥੇ ਹੋਏਗਾ +y, ਮੀਨਸ +1 +2 +3 ਐਕਸੈਟਰਾ। ਇਸੇ ਤਰ੍ਹਾਂ ਅਗਰ ਅਸੀਂ ਹੇਠਾਂ ਵੱਲ ਨੂੰ ਜਾਵਾਂਗੇ ਬਾਟਮ ਵਾਲੀ ਸਾਈਡ ਤੇ ਸਾਰੇ ਜਿਹੜੇ ਨੰਬਰਸ ਨੇ ਪੋਜੀਸ਼ਨ ਹੋਏਗੀ ਉਹ ਮਾਈਨਸ ਦੀ ਹੋਵੇਗੀ ਤੇ ਬ੍ਰੈਕਟ x, y। ਦਿਸ ਇਜ਼ ਕਾਲਡ ਕੋਆਰਡੀਨੇਟ ਜਾਂ ਨਿਰਦੇਸ਼ ਅੰਕ। ਹੁਣ x ਦੀ ਜਗ੍ਹਾ ਤੇ ਅਗਰ 1 ਹੋਵੇ, y ਦੀ ਜਗ੍ਹਾ ਤੇ 2 ਹੋਵੇ, ਤੁਸੀਂ ਦੇਖਿਆ ਹੋਏਗਾ, ਜਾਂ ਕੋਈ -1 ਹੋਵੇ, -3 ਹੋਵੇ, ਤੇ ਉਹਦੀ ਪੋਜੀਸ਼ਨ ਅਸੀਂ ਗ੍ਰਾਫ ਦੇ ਉੱਪਰ ਪਲਾਟ ਕਿਵੇਂ ਕਰਨੀ ਹੈ, ਇਹ ਅੱਜ ਅਸੀਂ ਸਾਰੇ ਚੈਪਟਰ ਦੇ ਵਿੱਚ ਕਰਾਂਗੇ। ਹੁਣ ਕੁਝ ਚੀਜ਼ਾਂ ਸਮਝ ਲਓ। ਜਿੱਥੇ x ਐਕਸਿਸ ਤੇ y ਐਕਸਿਸ ਮੀਟ ਕਰਦੀਆਂ ਨੇ ਉਸ ਪੁਆਇੰਟ ਨੂੰ ਔਰੀਜਨ ਕਹਿੰਦੇ ਨੇ ਜਾਂ ਮੂਲ ਬਿੰਦੂ। ਜਦੋਂ ਦੋਨੋਂ ਲਾਈਨਸ ਕੱਟ ਕਰ ਗਈਆਂ ਬੱਚਿਓ, 4 ਇਹਦੇ ਹਿੱਸੇ ਹੋ ਗਏ। ਪਹਿਲੇ ਹਿੱਸੇ ਨੂੰ, ਇਸ ਵਾਲੇ ਹਿੱਸੇ ਨੂੰ ਅਸੀਂ ਫਸਟ ਕੁਆਡਰੈਂਟ ਕਵਾਂਗੇ, ਫਸਟ ਕੁਆਡਰੈਂਟ ਜਾਂ ਪਹਿਲੀ ਚੌਥਾਈ। ਉਸ ਤੋਂ ਬਾਅਦ ਲੈਫਟ ਸਾਈਡ ਤੇ ਆ ਜਾਓ, ਇਹਨੂੰ ਅਸੀਂ ਕਵਾਂਗੇ ਸੈਕਿੰਡ ਕੁਆਡਰੈਂਟ ਜਾਂ ਦੂਸਰੀ ਚੌਥਾਈ। ਇੱਥੇ ਹੋਏਗਾ ਥਰਡ ਕੁਆਡਰੈਂਟ ਜਾਂ ਤੀਸਰੀ ਚੌਥਾਈ। ਇੱਥੇ ਬੱਚੇ ਹੋਏਗਾ ਫੋਰਥ ਕੁਆਡਰੈਂਟ, ਚੌਥੀ ਚੌਥਾਈ। ਹੁਣ ਫਸਟ ਜਿਹੜਾ ਕੁਆਡਰੈਂਟ ਹੈ ਉਹਦੇ ਵਿੱਚ ਦੋਨੋਂ ਹੀ ਪੋਜ਼ਿਟਿਵ ਨੇ। x ਵਾਲੇ ਦੇਖੋ ਪੋਜ਼ਿਟਿਵ, ਇੱਧਰ y ਵਾਲੇ ਵੀ ਪੋਜੀਸ਼ਨ ਜਿਹੜੀ ਹੈ ਪੋਜ਼ਿਟਿਵ ਹੋਏਗੀ ਕਿ ਦੋਨੋਂ ਜਿਹੜੇ ਕੋਆਰਡੀਨੇਟਸ ਨੇ ਉਹ ਪੋਜ਼ਿਟਿਵ ਹੋਣਗੇ। ਅਗਰ ਅਸੀਂ ਸੈਕਿੰਡ ਕੁਆਡਰੈਂਟ ਦੀ ਗੱਲ ਕਰਦੇ ਹਾਂ ਤੇ x ਵਾਲਾ ਕੀ ਆ ਰਿਹਾ ਬੱਚਿਓ, ਨੈਗੇਟਿਵ, ਤੇ y ਵਾਲਾ ਉੱਪਰ ਦੇਖੋ ਪੋਜ਼ਿਟਿਵ, ਇੱਥੇ ਹੋਏਗਾ ਮਾਈਨਸ ਤੇ ਪੋਜ਼ਿਟਿਵ। ਥਰਡ ਕੁਆਡਰੈਂਟ ਦੇ ਵਿੱਚ ਅਗਰ ਅਸੀਂ ਚੈੱਕ ਕਰੀਏ ਤੇ x ਵੀ ਮਾਈਨਸ ਵਾਲਾ ਤੇ y ਵਾਲਾ ਵੀ ਮਾਈਨਸ ਵਾਲਾ, ਮੀਨਸ ਦੋਨੋਂ ਹੀ
नैगेटिव होणगे, दोनों ही नैगेटिव लिखो इत्थे। नैक्सट फोर्थ क्वाड्रेंट दे विच बच्चों एक्स जिहड़ा है वो है पॉजिटिव ते वाई है नैगेटिव। यह चीज़ तुसीं याद रखनी है, एक पॉजिटिव ते एक नैगेटिव फोर्थ क्वाड्रेंट दे विच हुंदा है। हुण इस तो इलावा एक्स वाले क्वाड्रेंट नूं, ये जिहड़ा एक्स वाला है इसनूं असीं पहले वाले नूं भुज कहने आ, या दोबारा देख लो वक्रे पेज ते कि जिहड़ा कोआर्डीनेट्स ने एक्स कोमा वाई दे नाल असीं रिप्रजेंट करदे आ। एक्स का नाम है भुज, वाई का नाम है कोटी। इंग्लिश दे विच इहनूं कहंदे हन एब्सिसा, कोटी का नाम है ऑर्डिनेट, वाई कोआर्डीनेट का नाम है ऑर्डिनेट और एक्स का एब्सिसा। यह भी चीज़ तुसीं ध्यान रखनी है। सारा बच्चों चैप्टर इसे पॉइंट्स के उपर बेस्ड है। आओ असीं हुण वर्कशीट नूं सॉल्व करते हैं। फस्ट क्वेश्चन साडा, फस्ट क्वेश्चन दे विच संख्या रेखा दे ते उपरोक्त संख्यावां नूं स्थापित करना है। रियल नंबर लाइन दी गई है, वो असीं नंबरस नूं लोकेट करना है। सब तो पहले बच्चों रियल नंबर लाइन से तुसीं नंबरस लिखोगे। पॉजिटिव राइट साइड पे पॉजिटिव नंबर्स लिख दो 5 6 7 8 9 10। लैफ्ट हैंड साइड पे सारे नेगेटिव नंबर्स लिख दो -2 -3 -4 -5 -6 -7 -8। हुण असीं लभना है -5 तो बच्चे जिथे -5 का नंबर है उन्होंने सर्कल कर दो। फिर असीं लभना है -3 नूं कर लो लोकेट, पोजीशन असीं दसनी है। अगे 0 है, 0 नूं दस दिंदे आ। अगे 4 है साडे कोल इत्थे। 6 है, 6 का बच्चों पोजीशन ए वाली है। 9 है, 9 की पोजीशन ए वाली है। ये सिर्फ बच्चों सानू एक्स एक्सिस दे मतलब नंबर लाइन दी गई सी, उहदे उपर असीं कुछ नंबरां नूं पोजीशन नूं लोकेट करना सीगा। सैकेंड क्वेश्चन है, एक ग्राफ बनया होया है, उहदे विच असीं पोजीशन लिखनी है उहदी। राइट द पोजीशन ऑफ स्टूडेंट सिटिंग इन द क्लास। हुण पोजीशन असीं वारो वारी लिखनी है। सब तो पहले बच्चों पी की पोजीशन लभांगे। पी साडे कोल है इस पॉइंट ते, किन्ने कदम जाके 0 तो स्टार्ट करना है। 0 तो असीं 2 कदम इधर गए, फिर 1 कदम ऊपर गए तो पहुँच गए पी ते। इस करके पी दे कोआर्डीनेट आ गए 2,1। इस तरह असीं क्यू देखो, क्यू तक पहुँचने वास्ते फिर उस तो बाद असीं 0 तो स्टार्ट करांगे। 0 तो असीं गए 4 कदम, उपर वाल नूं बच्चों असीं गए 3 कदम, तो क्यू दे जिहड़े कोआर्डीनेट ने आ गए 4 ते 3। इस तरह आर कित्थे साडे कोल ए वाला। आर तक पहुँचने वास्ते फिर असीं स्टार्ट बच्चों कित्थों करना है, बाकी सारा मैं रब कर दिंदी हाँ। हुण आर ते फोकस करो। आर ते पहुँचने वास्ते स्टार्ट बच्चों असीं 0 तो करना है। 0 तो पहले असीं खब्बे पासे मूव करांगे लैफ्ट साइड ते, -2 ते गए, ऊपर जाके 4 कदम ऊपर जा रहे हैं, तो फिर आर दे किहड़े कोआर्डीनेट्स आ गए -2 ते 4। इस तरह एस दे सब तो पहले 0 तो स्टार्ट किया। 0 तो असीं राइट साइड ते मूव किए, 5 कदम गए, फिर उस तो बाद हेठां वाल नूं गए -3। ये आ गया 5 ते 3 कदम हेठां वाली साइड ते मतलब -3 ते पहुँच गए। फिर उस तो बाद टी दी बच्चे पोजीशन केड़ी है, मैं चीज़ रब कर दी हाँ। हुण टी दे पहुँचना है, असीं किहड़े रस्ते राहीं पहुँचांगे। स्टार्ट बच्चों असीं 0 ते करना है। 0 तो स्टार्ट किया, 0 तो खब्बे पासे मूव किया, कित्थे पहुँच गए असीं -4 ते। उस तो बाद वाई वाले पासे कित्थे मूव किया, किते भी नहीं। ना तो असीं बच्चों ऊपर जा रहे हैं, ना तो असीं हेठां जा रहे हैं, उत्थे पॉइंट ते मतलब वाई उत्थे 0 होवेगा। तो टी दी फिर कोआर्डीनेट्स किहड़े आ गए -4 ते 0। ये सीगा साडा सैकेंड क्वेश्चन। थर्ड क्वेश्चन है, एक्स तुरा ते वाई तुरा डैश ते कटदे हन। हुणे दस्सिया सीगा दोनों एक्सिस कित्थे इंटरसैक्ट करदियां ने, एट ओरिजिन या मूल बिंदु। अगे फोर्थ क्वेश्चन करते हैं, खाली थावां भरो। साडे कोल फिर एक ग्राफ दिता गया है, एक्स एक्सिस ते वाई एक्सिस दोनों इस बारी पॉजिटिव ने। हुण खाली थावां भरनियां, सारियां पोजीशनस दित्तियां गईयां ने, उन्होंने असीं निर्देशांक लभणे हैं। पी की पोजीशन फाइंड आउट करते हैं। 0 तो बच्चों स्टार्ट करना है। 0 तो पी वाले पासे जाना असीं
पहले 9 कदम गए एक्स एक्सिस के उपर, तो पी की जगह तो इत्थे 9 आ गया, इत्थे पी की पोजीशन आ गई 9 कॉमा, उपर वाले पासे गए किन्ने कदम गए, आ देखो किन्ने कदम जा रहे सी, 5 कदम गए, 9 कॉमा 5, पी की पोजीशन आ गई 9 कॉमा 5। फिर असी स्टार्ट करते हैं, फिर असी बच्चे मान लो आर दे लभने हैं, आर ते जाने वास्ते फिर असी 0 तो स्टार्ट करांगे, 7 तक गए, फिर असी 2 तक ऊपर गए, 7 और 2 आ गया इहदा। नैक्सट टी, टी ते पहुंचने वास्ते असी एक्स एक्सिस वाले सब तो पहले बच्चों एक्स वाले पासे मूव करना असी, क्योंकि कोआर्डीनेट का जिहड़ा जनरल हैगी टर्म वो हैगी है पोजीशन एक्स कॉमा वाई, पहले असी एक्स एक्सिस के उपर मूव करना है, उस तो बाद असी वाई के उपर मूव करांगे। एक्स वाले कदम ते गए असी 4 कदम, एक कदम असी गए ऊपर तक, फिर असी टी ते पहुँच गए, तो टी की जिहड़ी वैल्यू है वो आ गई 4 कॉमा 1। इस तरह क्यू ते पहुँचना असी, क्यू ते पहुँचने वास्ते देखो किन्ने कदम एक्स वाले पासे गए असी, ते 2 कदम, 0 तो लैके 2 तक, फिर असी उपर गए 3 कदम, ये आ गए 2 ते 3, उस तो बाद असी एस ते पहुँचना है, एस वास्ते फिर असी 0 तो स्टार्ट किया 4 कदम, तो उपर वाल नूं गए 7 कदम, ये आ गया 4 ते 7। हुण सारे बच्चों असी इत्थे वैल्यूज़ लिख लैणियां, पी दी आई सी 9 5, क्यू दी वैल्यू आई सी साडे कोल 2 कॉमा 3, आर दी वैल्यू, आर दे निर्देशांक 7 ते 2, टी दे निर्देशांक -4, टी दे सीगे साडे कोल 4, माइनस तो कोई भी नहीं हैगा, टी 4 ते 1। इस तरह हुण असी 5th क्वेश्चन करांगे, एक्स धुरे ते डैश 0 है, देखो एक्स जिहड़ा है उहदे च की चीज़ 0 है, जो असी सिर्फ एक्स ते रहने आ, एक्स एक्स दे उपर ही है, वाई ना इधर असी गए उपर ना असी हेठां वाल जा रहे हैं, तो फिर वाई की होएगा 0 होएगा, एक्स धुरे दे उपर वाई 0 हुंदा है, तो वाई धुरे दे विच इस तरह एक्स 0 होवेगा। 6th क्वेश्चन है, निर्देश अंक जमायती विच कितनियां चौथाइयां हुंदियां ने, बच्चों 4, दीज आर देयर आर 4 क्वाड्रेंट इन कोआर्डीनेट सिस्टम। पहली चौथाई विच एक्स पॉजिटिव, बच्चों असीं 4 चौथाइयां पढ़ियां सीगियां, पहली, दूसरी, तीसरी ते चौथी, पहली दे विच दोनों पॉजिटिव हुंदे है, तीसरी दे विच दोनों नैगेटिव, तो इत्थे की लिखिया होया पहली चौथाई विच अगर एक्स पॉजिटिव है तो वाई भी की होएगा पॉजिटिव, चौथी चौथाई दे विच एक्स जिहड़ा है वो पॉजिटिव तो वाई नैगेटिव। 7th क्वेश्चन है, हुण -3 ते 2 किहड़ी चौथाई विच स्थित है, हुण तुसीं दसना है कि 7th क्वेश्चन दे विच सॉरी 7th क्वेश्चन दे विच -3 ते 2 जिहड़ा किहड़े क्वाड्रेंट दे विच प्रेजेंट हैगा। 4 क्वाड्रेंट असीं पढ़े आ, पहले दे विच दोनों पॉजिटिव, दूसरे दे विच नैगेटिव पॉजिटिव, फिर इत्थे दोनों नैगेटिव, फिर बच्चों इत्थे पॉजिटिव ते नैगेटिव। हुण दसो -3 ते 2 किहदे विच आ गया, एक्स वाला नैगेटिव ते वाई वाला पॉजिटिव, इट मीनस ये सेकेंड क्वाड्रेंट दे विच है। इस तरह 0 ते 1, बच्चों 0 ते 1 जिहड़ा है एक्स वाले पासे किते गए नहीं असी, 0 ते 1 का की मतलब है एक्स वाले पासे किते नहीं गए सी, सिर्फ वाई जिहड़ा एक कदम चले गए, इस करके वो कित्थे प्रेजेंट होएगा, वाई धुरे दे उपर प्रेजेंट होवेगा। हुण 3 ते 0 है, वाई कित्थे 0 हुंदा है, एक्स धुरे दे उपर, इस करके इत्थे असीं लिखांगे एक्स एक्सिस। 4th क्वेश्चन है, ए ते बी वाई धुरे ते स्थित है तो बी 0 होवेगा, ये सही है या गलत है, बच्चों गलत है, क्योंकि जिहड़ा ए बी है बी 0 है, जेकर बी 0 है मतलब ए ते 0 पॉइंट आ गए, तो ए पॉइंट फिर बच्चों किहड़ा होएगा, सिर्फ एक्स एक्सिस के उपर ही होएगा, इस करके स्टेटमेंट जिहड़ी है गलत लिखी हुई है, क्योंकि ये सिर्फ एक्स एक्सिस के उपर ही प्रेजेंट होवेगा। 8th क्वेश्चन, एक व्यक्ति नूं तुसीं अपने अध्ययन मेज ते रखे टेबल लैंप की स्थिति किस तरह दसोगे। मान लो तुहाडे कोल एक मेज हैगा, एक टेबल है, असीं इत्थे दस दिंदे आ प्लेन दे उपर, ठीक है, ये साडे कोल टेबल है, टेबल का उपर वाला हिस्सा मान लो साडे कोल इन्ना बच्चों, ठीक है, वो सेंटर च लिख लो या इत्थे असीं 0 लोकेट करता,
ਹੁਣ ਮੰਨ ਲਓ ਇੱਥੇ ਕੋਈ ਪੋਟ ਪਿਆ ਹੋਇਆ, ਇੱਥੇ ਆ ਇੱਕ ਮੰਨ ਲਓ ਫਲਾਵਰ ਪੋਟ ਪਿਆ ਹੋਇਆ ਇੱਕ ਟੇਬਲ ਦੇ ਉੱਪਰ, ਇਹਦੀ ਪੋਜੀਸ਼ਨ ਨੋਟ ਕਰੋ। ਇੱਥੇ ਅਸੀਂ 0 ਰੱਖ ਲੈਂਦੇ ਹਾਂ। 0 ਤੋਂ ਬਾਅਦ ਅਸੀਂ ਪੁਆਇੰਟਸ ਲਗਾਵਾਂਗੇ, 1 ਕਦਮ 2 ਕਦਮ 3 ਕਦਮ, ਫਿਰ ਇਸੇ ਤਰ੍ਹਾਂ ਉੱਪਰ ਵਾਲੇ ਪਾਸੇ। ਠੀਕ ਹੈ, ਆ ਬਣ ਗਈ ਸਾਡੇ ਕੋਲ ਫਸਟ ਕੁਆਡਰੈਂਟ। ਤੇ ਪੋਟ ਜਿਹੜਾ ਉਹਦੀ ਪੋਜੀਸ਼ਨ ਕੀ ਹੈਗੀ ਹੈ ਇੱਥੇ, ਇਹਦਾ ਮਤਲਬ x ਵਾਲੇ ਪਾਸੇ ਅਸੀਂ 2 ਕਦਮ ਜਾ ਰਹੇ ਹਾਂ, y ਵਾਲੇ ਪਾਸੇ ਵੀ 2 ਕਦਮ ਜਾ ਰਹੇ ਹਾਂ, ਤੇ ਪੋਟ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਉਹ 2 2 ਆ ਗਈ। ਠੀਕ ਹੈ, ਕੋਈ ਵੀ ਤੁਸੀਂ ਰੱਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇੱਥੇ ਵੀ ਰੱਖ ਸਕਦੇ ਹੋ ਸਕਦਾ ਪੋਟ ਜਿਹੜਾ ਇੱਥੇ ਹੋਵੇ। ਠੀਕ ਹੈ, ਜਿਹੜਾ ਗਮਲਾ ਜਿਹਾ ਪਿਆ ਹੋਇਆ ਫਲਾਵਰ ਪੋਟ ਹੈ। ਠੀਕ ਹੈ, ਜਾਂ ਕੋਈ ਟੇਬਲ ਲੈਂਪ ਹੈ, ਤੇ ਉਹਦੀ ਪੋਜੀਸ਼ਨ ਦੱਸੋ। ਹੁਣ 0 ਤੋਂ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਇੱਧਰ ਨੂੰ। y ਕਿੱਧਰ ਜਾ ਰਿਹਾ, ਉੱਪਰ ਵੱਲ 2 ਪੋਜੀਸ਼ਨਸ 'ਤੇ। ਇਸ ਕਰਕੇ ਇਹਦਾ ਪੁਆਇੰਟ ਕਿਹੜੀ ਲੋਕੇਟ ਆ ਗਈ, -4 ਤੇ 2। ਮਤਲਬ ਕਿਤੇ ਵੀ ਅਸੀਂ ਰੱਖ ਸਕਦੇ ਹਾਂ। ਵਿਦ ਦਾ ਹੈਲਪ ਆਫ ਕੋਆਰਡੀਨੇਟ ਜਿਓਮੈਟਰੀ ਅਸੀਂ ਕਿਸੇ ਵੀ ਆਬਜੈਕਟ ਦੀ ਪੋਜੀਸ਼ਨ ਨੂੰ ਅਸੀਂ ਬੱਚਿਓ ਲੋਕੇਟ ਕਰ ਸਕਦੇ ਹਾਂ। ਨੈਕਸਟ ਕੁਐਸਚਨ ਕਰਦੇ ਹਾਂ। ਨੈਕਸਟ ਕੁਐਸਚਨ ਹੈਗਾ 9th, ਕਾਰਟੀਜ਼ਨ ਸਮਤਲ ਮਤਲਬ ਹੌਰੀਜ਼ੌਂਟਲ ਲਾਈਨ। ਠੀਕ ਹੈ, ਹੌਰੀਜ਼ੌਂਟਲ ਲਾਈਨ ਹੈ, ਵਰਟੀਕਲ ਲਾਈਨਸ ਹੈ ਕਾਰਟੀਜ਼ਨ ਪਲੇਨ ਤੇ, ਉਹਨਾਂ ਦਾ ਨਾਮ ਕੀ ਹੈ। ਹੁਣ ਲੇਟਵੀਂ ਜਿਹੜੀ ਰੇਖਾ ਹੈ ਹੌਰੀਜ਼ੌਂਟਲ ਲਾਈਨ, ਉਹਨੂੰ x ਐਕਸਿਸ ਕਹਿੰਦੇ ਨੇ। ਜਿਹੜੀ ਖੜਵੀਂ ਰੇਖਾ ਹੈ ਵਰਟੀਕਲ ਲਾਈਨ, ਉਹਨੂੰ y ਐਕਸਿਸ ਕਹਿੰਦੇ ਹਨ। 10th ਕੁਐਸਚਨ ਹੈ। 10th ਕੁਐਸਚਨ ਦੇ ਵਿੱਚ ਬੱਚੋ ਫਿਰ ਇੱਕ ਗ੍ਰਾਫ ਬਣਿਆ ਹੋਇਆ, ਇਹਦੇ ਵਿੱਚ ਅਸੀਂ ਸਾਰਿਆਂ ਦੀ ਪੋਜੀਸ਼ਨਸ ਮੈਂਸ਼ਨ ਕਰਨੀ ਹੈ। ਸਭ ਤੋਂ ਪਹਿਲੇ ਲਿਖਿਆ ਹੋਇਆ B ਦੀ ਪੋਜੀਸ਼ਨ ਦੱਸੋ। B 0 ਤੋਂ ਅਸੀਂ ਸਟਾਰਟ ਹੋਏ, x ਵਾਲੀ ਸਾਈਡ ਤੇ ਕਿੰਨੇ ਕਦਮ ਮੂਵ ਕੀਤਾ, -5 ਲਿਖ ਲੈਂਦੇ ਹਾਂ। ਉੱਪਰ ਵੱਲ ਕਿੰਨੇ ਗਿਆ, 2 ਕਦਮ, y ਵਾਲੇ ਪਾਸੇ 2, 5 ਤੇ 2 ਆ ਗਈ B ਦੀ ਪੋਜੀਸ਼ਨ। ਹੁਣ ਅਸੀਂ ਲੱਭਣਾ ਹੈ -3 ਤੇ -5 ਕਿੱਥੇ ਹੈਗਾ। -3 ਤੇ -5 ਦੇਖੋ, -3 ਤੇ -5 ਇਹ ਹੈਗਾ E ਪੋਜੀਸ਼ਨ ਤੇ। 0 ਤੋਂ ਅਗਰ ਅਸੀਂ 3 ਕਦਮ ਪਿੱਛੇ ਨੂੰ ਆਉਂਦੇ ਹਾਂ, ਹੇਠਾਂ ਵਾਲੇ ਪਾਸੇ -5 ਹੈ, ਥਰਡ ਕੁਆਡਰੈਂਟ ਦੇ ਵਿੱਚ ਹੋਏਗਾ, ਤੇ ਉਹ ਹੈਗੀ ਹੈ E ਦੀ ਪੋਜੀਸ਼ਨ। ਇੱਥੇ ਫਿਰ ਜਿਹੜੀ ਫਿਲਿਪਸ ਹੈਗੇ ਆ ਉੱਥੇ E ਆਏਗਾ। ਹੁਣ ਅਸੀਂ C ਦੀ ਪੋਜੀਸ਼ਨ ਲੱਭਣੀ ਹੈ। C ਸਾਡੇ ਕੋਲ ਡਾਇਗਰਾਮ ਦੇ ਵਿੱਚ ਇੱਥੇ ਪਿਆ ਹੋਇਆ। C ਦੀ ਪੋਜੀਸ਼ਨ ਦੱਸੋ। 0 ਤੋਂ ਰਾਈਟ ਸਾਈਡ ਤੇ ਮੂਵ ਕੀਤੇ 6 ਕਦਮ, ਤੇ ਹੇਠਾਂ ਵਾਲੇ ਪਾਸੇ ਮੂਵ ਕੀਤੇ -5, ਤੇ ਇਹਦਾ ਆ ਗਿਆ 6 -5। 4th ਕੁਐਸਚਨ ਹੈ 2 ਤੇ -4 ਦੀ ਲੋਕੇਸ਼ਨ ਕਿਹੜਾ ਪੁਆਇੰਟ ਦੇ ਰਿਹਾ। 2 ਤੇ ਪਹੁੰਚ ਗਏ ਅਸੀਂ 0 ਤੋਂ, ਥੋੜਾ ਜਿਹਾ ਅਸੀਂ ਰਬ ਕਰਦੇ ਹਾਂ ਲਾਈਨ ਨੂੰ। ਸਟਾਰਟ ਅਸੀਂ ਬੱਚੋ 0 ਤੋਂ ਹੀ ਕਰਨਾ ਹੈ। 0 ਤੋਂ ਸਟਾਰਟ ਕੀਤਾ ਹੈ, 2 ਕਦਮ ਜਾਣਾ ਹੈ, 2 ਕਦਮ ਅਸੀਂ ਰਾਈਟ ਸਾਈਡ ਤੇ ਚਲੇ ਗਏ। -4 ਹੈ, ਮਾਈਨਸ ਵਾਲਾ ਤੇ ਹੇਠਾਂ ਵਾਲੇ ਪਾਸੇ ਹੈ, ਤੇ ਕਿੱਥੇ ਪਹੁੰਚ ਗਏ ਅਸੀਂ, G ਪੋਜੀਸ਼ਨ ਤੇ ਇਹਦਾ ਨਾਮ ਅਸੀਂ ਰੱਖ ਲਵਾਂਗੇ G। ਹੁਣ ਐਬਸਿਸਾ ਆਫ D, ਐਬਸਿਸਾ ਕੀ ਹੁੰਦਾ ਹੈ, ਭੁਜ। D ਦਾ ਭੁਜ ਕਿਹੜਾ ਹੈ, ਪਹਿਲੇ D ਦੇ ਅਸੀਂ ਪੁਆਇੰਟ ਲੱਭ ਲੈਂਦੇ ਹਾਂ। D ਦੇ ਪੁਆਇੰਟਸ ਹੈਗੇ ਨੇ ਬੱਚੋ, ਰਾਈਟ ਸਾਈਡ ਤੇ ਗਿਆ x ਵਾਲੇ ਪਾਸੇ 6 ਕਦਮ, ਤੇ y ਵਾਲੇ ਪਾਸੇ 2 ਕਦਮ ਗਏ ਆਪਾਂ, 6 ਤੇ 2, ਤੇ ਇਹਦੇ ਬੱਚਿਓ ਐਬਸਿਸਾ ਆ ਜਾਣਗੇ 6। ਭੁਜ ਕਿਹੜਾ ਹੈ ਇਹਦਾ, 6। ਹੁਣ 6ਵਾਂ ਕੁਐਸਚਨ ਹੈ L ਦੇ ਪੁਆਇੰਟ ਲੋਕੇਟ ਕਰੋ। ਡਾਇਗਰਾਮ ਦੇ ਵਿੱਚ ਸਭ ਤੋਂ ਪਹਿਲੇ ਅਸੀਂ ਥੋੜਾ ਰਬ ਕਰ ਲੈਂਦੇ ਹਾਂ। L ਕਿੱਥੇ ਹੈ, ਇਹ ਹੈ L ਦੀ ਪੋਜੀਸ਼ਨ ਇਸ ਡਾਇਗਰਾਮ ਦੇ ਵਿੱਚ ਬੱਚੋ ਕਿਤੇ ਵੀ ਨਜ਼ਰ ਨਹੀਂ ਆ ਰਹੀ, ਇਹਨੂੰ ਛੱਡ ਸਕਦੇ ਆਪਾਂ, ਛੱਡ ਦਿਓ ਇਹਨੂੰ। ਨੈਕਸਟ ਕਰਦੇ ਹਾਂ ਅਸੀਂ ਆਰਡੀਨੇਟ ਆਫ H ਸਾਡੇ ਕੋਲ ਹੈਗਾ ਇੱਥੇ। ਹੁਣ H ਦਾ ਅਸੀਂ ਕੀ ਲੱਭਣਾ, ਆਰਡੀਨੇਟ ਮਤਲਬ y ਵਾਲਾ। x ਵਾਲਾ ਬੱਚੇ ਹੁੰਦਾ ਐਬਸਿਸਾ, y ਵਾਲੇ ਨੂੰ ਕਹਿੰਦੇ ਆਰਡੀਨੇਟ। A ਮਤਲਬ ਐਬਸਿਸਾ ਭੁਜ, y ਮਤਲਬ ਕੋਟੀ। ਇਹਦਾ ਅਸੀਂ y ਲੱਭਣਾ ਹੈ, ਆਰਡੀਨੇਟ ਲੱਭਣਾ ਹੈ। ਤੇ y ਵਾਲੇ ਪਹਿਲੇ x ਵਾਲੇ ਪਾਸੇ -5 ਆ ਗਿਆ, y ਵਾਲੇ ਪਾਸੇ ਆ ਗਿਆ ਸਾਡੇ ਕੋਲ -3, ਇੱਥੇ ਆ ਜਾਏਗਾ -3। H ਦਾ ਕੋਟੀ ਲੱਭਣਾ ਹੈ। ਹੁਣ H ਦਾ ਕੋਟੀ ਮਤਲਬ ਸੇਮ ਹੀ ਹੋ ਗਿਆ ਬੱਚਿਓ, ਆਰਡੀਨੇਟ ਹੋ ਗਿਆ ਕੋਟੀ -3, ਇੰਗਲਿਸ਼ ਮੀਡੀਅਮ 'ਚ ਲਿਖਿਆ ਹੋਇਆ ਸੀਗਾ। ਹੁਣ M ਦੇ ਪੁਆਇੰਟ ਬੱਚਿਓ, ਇੱਥੇ M ਦੇ ਇਸ ਡਾਇਗਰਾਮ ਦੇ ਵਿੱਚ ਕਿਤੇ ਵੀ M ਜਿਹੜਾ ਮੈਨੂੰ ਦਿਖਾਈ ਨਹੀਂ ਦੇ ਰਿਹਾ। ਆਈ ਥਿੰਕ ਇੱਥੇ ਨਹੀਂ ਹੈਗਾ M। ਨੈਕਸਟ ਕਰਦੇ ਹਾਂ ਹੁਣ ਅਸੀਂ, ਇੰਨੇ ਕੁਐਸਚਨਸ ਤੁਸੀਂ ਕਰੋ, ਉਸ ਤੋਂ ਬਾਅਦ ਅਸੀਂ ਨੈਕਸਟ ਪੇਜ 'ਤੇ ਚੱਲਦੇ ਹਾਂ।
ਲੇਟਵੀਂ ਅਤੇ ਖੜਵੀਂ ਰੇਖਾ ਜਿਸ ਬਿੰਦੂ ਤੇ ਕੱਟਦੀਆਂ ਉਸ ਨੂੰ ਕੀ ਆਖਦੇ ਹਨ? ਦ ਨੇਮ ਗਿਵਨ ਟੂ ਦ ਪੁਆਇੰਟ ਵੇਅਰ ਟੂ ਐਕਸਿਸ ਮੀਟ। ਔਰਿਜਨ ਜਾਂ ਮੂਲ ਬਿੰਦੂ। ਤੇ ਬੱਚੋ ਜੇ ਕੋਈ ਤੁਹਾਨੂੰ ਪੁੱਛੇ ਕਿ ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹੁੰਦੇ ਨੇ? 0 0, ਮਤਲਬ x ਵੀ 0 ਤੇ y ਵੀ 0। ਹੁਣ 12ਵੇਂ ਕੁਐਸਚਨ ਦੇ ਵਿੱਚ ਫਿਲ ਦਾ ਪੁਆਇੰਟਸ ਔਨ ਐਪਰੋਪਰੀਏਟ ਬਾਕਸ ਦੇ ਵਿੱਚ ਸਾਰੇ ਪੁਆਇੰਟਸ ਨੂੰ ਫਿਲ ਕਰਨਾ ਹੈ। ਥੋੜਾ ਵੱਡਾ ਕਰ ਲੈਣੇ ਇਹਨੂੰ, ਬੜਾ ਇੰਟਰਸਟਿੰਗ ਕੁਐਸਚਨ ਹੈ। ਸਭ ਤੋਂ ਪਹਿਲੇ ਤੁਸੀਂ ਦੇਖ ਲਓ ਕਿਹੜੇ ਕਿਹੜੇ ਕੁਆਡਰੈਂਟ ਦੇ ਵਿੱਚ ਹੈ। ਫਸਟ ਕੁਆਡਰੈਂਟ ਦੇ ਵਿੱਚ ਦੱਸੋ ਕੀ ਹੁੰਦਾ ਹੈ। ਫਸਟ ਦੇ ਵਿੱਚ ਦੋਨੋਂ ਪੋਜ਼ਿਟਿਵ ਲੈਣੇ ਆ, ਤੇ ਦੋਨੋਂ ਪੋਜ਼ਿਟਿਵ ਕਿਹੜੇ ਕਿਹੜੇ ਨੇ? ਇੱਕ ਤੇ ਬੱਚੋ ਹੈਗਾ ਸਾਡੇ ਕੋਲ 3 ਤੇ 4, ਇਹ ਆ ਜਾਏਗਾ ਫਸਟ ਬਾਕਸ ਦੇ ਵਿੱਚ ਜਿੱਥੇ ਫਸਟ ਕੁਆਡਰੈਂਟ ਲਿਖਿਆ ਹੋਇਆ, ਹੋਰ ਕੋਈ ਵੀ ਨਹੀਂ ਹੈਗਾ। ਅਸੀਂ ਕੀ ਕਰਨਾ ਹੈ? ਫਸਟ ਕੁਆਡਰੈਂਟ, ਸੈਕਿੰਡ, ਥਰਡ, ਫੋਰਥ ਕੁਆਡਰੈਂਟ, ਐਕਸ ਐਕਸਿਸ ਤੇ ਵਾਈ ਐਕਸਿਸ ਤੇ, ਇਹ ਸਾਰੇ ਪੁਆਇੰਟਸ ਨੂੰ ਦੇਖ ਕੇ ਇਹਨਾਂ ਬਾਕਸ ਦੇ ਵਿੱਚ ਫਿਲ ਕਰਨਾ ਹੈ। ਤੇ ਪਹਿਲੇ ਬਾਕਸ ਦੇ ਵਿੱਚ ਫਿਰ ਕੀ ਆ ਜਾਏਗਾ? 3 ਤੇ 4, ਹੋਰ ਤੇ ਕੋਈ ਵੀ ਨਹੀਂ ਹੈਗਾ। ਨੈਕਸਟ ਦੂਸਰੇ ਕੁਆਡਰੈਂਟ ਦੇ ਵਿੱਚ x ਮਾਈਨਸ ਦਾ ਹੁੰਦਾ ਹੈ, y ਪੋਜ਼ਿਟਿਵ ਦਾ ਹੁੰਦਾ ਹੈ, ਤੇ ਪਹਿਲਾ ਵਾਲਾ ਆ ਜਾਏਗਾ -2 ਤੇ 4, -2 ਤੇ 4, ਹੋਰ ਕੋਈ ਦੇਖੋ, ਹੋਰ ਕੋਈ ਵੀ ਨਹੀਂ ਹੈਗਾ। ਨੈਕਸਟ ਥਰਡ ਕੁਆਡਰੈਂਟ ਦੇ ਵਿੱਚ ਬੱਚੇ ਦੋਨੋਂ ਨੈਗੇਟਿਵ ਹੁੰਦੇ ਆ, ਤੇ ਦੋਨੋਂ ਨੈਗੇਟਿਵ ਵਾਲੇ ਕਿਹੜਾ ਹੈਗਾ ਸਾਡੇ ਕੋਲ? ਇਹ ਵਾਲਾ, ਇਹ ਆ ਜਾਏਗਾ ਥਰਡ ਕੁਆਡਰੈਂਟ ਦੇ ਵਿੱਚ। ਇੱਥੇ ਅਸੀਂ ਲਿਖਾਂਗੇ -3 ਤੇ -1 ਵਾਲਾ ਕੋਆਰਡੀਨੇਟ। ਉਸ ਤੋਂ ਬਾਅਦ ਇੱਕ ਬੱਚੋ ਲਾਸਟ ਦੇਖੋ -2 ਤੇ 3, ਇਹ ਵੀ ਕਿਹਦੇ ਵਿੱਚ ਹੋਏਗਾ? ਸੈਕਿੰਡ ਵਾਲੇ 'ਚ। ਸੈਕਿੰਡ ਵਿੱਚ ਇਹ ਵੀ ਲਿਖ ਦਿਓ -2 ਤੇ 3। ਇਸੇ ਤਰ੍ਹਾਂ 3 ਤੇ -5, 3 ਤੇ -5, ਇਹ ਕਿਹਦੇ 'ਚ ਹੋਏਗਾ? ਫੋਰਥ ਕੁਆਡਰੈਂਟ ਦੇ ਵਿੱਚ। ਇੱਥੇ ਫੋਰਥ ਲਿਖੋ, ਫੋਰਥ ਵਿੱਚ ਤੁਸੀਂ 3 ਤੇ -5 ਲਿਖ ਦਿਓ। ਹੁਣ ਸਾਡੇ ਕੋਲ ਬੱਚੇ 4, ਪਹਿਲਾ ਹੈਗਾ 2 ਤੇ 0, 2 ਤੇ 0 ਬੱਚਿਓ ਜਿੱਥੇ y 0 ਹੈ ਉਹ ਹੋਏਗਾ x ਐਕਸਿਸ, 2 ਤੇ 0 x ਐਕਸਿਸ ਵਾਲੇ ਬਾਕਸ 'ਚ ਆਏਗਾ। ਉਸ ਤੋਂ ਇਲਾਵਾ -3 ਤੇ x, ਇਹ ਵੀ x ਐਕਸਿਸ ਦੇ ਵਿੱਚ ਹੈ ਕਿਉਂਕਿ ਇੱਥੇ y ਕੀ ਹੈਗਾ? 0। ਹੁਣ ਇੱਥੇ ਕੀ ਹੈਗਾ? 0 ਤੇ 5, ਇੱਥੇ x ਵਾਲਾ 0 ਹੈ ਇਸ ਕਰਕੇ y ਐਕਸਿਸ ਦੇ ਉੱਪਰ ਆਏਗਾ। ਇਹ ਵੀ ਬੱਚਿਓ y ਐਕਸਿਸ ਵਾਲੇ ਬਾਕਸ ਵਿੱਚ ਆਏਗਾ, 0 ਤੇ 5 y ਐਕਸਿਸ ਦੇ ਉੱਪਰ, 0 ਤੇ -2 ਵੀ y ਐਕਸਿਸ ਦੇ ਉੱਪਰ। ਨੈਕਸਟ ਕਰਾਂਗੇ 13th ਕੁਐਸਚਨ। 13th ਕੁਐਸਚਨ ਫਿਰ ਅਸੀਂ ਗ੍ਰਾਫ ਪਲਾਟ ਕਰਨਾ ਆ। ਕੋਆਰਡੀਨੇਟ ਸਾਨੂੰ ਦਿੱਤੇ ਹੋਏ ਨੇ, ਪਹਿਲਾ ਹੈਗਾ -2 ਤੇ 3, 0 ਤੋਂ ਮੂਵ ਸਟਾਰਟ ਕਰਨਾ ਸੀ, 2 -2 ਹੈ ਪਿੱਛੇ ਨੂੰ ਚੱਲਾਂਗੇ, 3 ਹੈ ਉੱਪਰ ਵੱਲ ਚੱਲਾਂਗੇ, ਤੇ ਇੱਥੇ ਬੱਚੋ ਸਾਡੇ ਕੋਲ ਪਹਿਲਾ ਪੁਆਇੰਟ ਆ ਜਾਏਗਾ -2 ਤੇ 3। ਨੈਕਸਟ -1 ਤੇ 4, -1 ਫਿਰ ਲੈਫਟ ਸਾਈਡ ਤੇ 4 ਪੋਜ਼ਿਟਿਵ ਹੈ, ਇੱਥੇ ਆ ਗਿਆ ਸਾਡੇ ਕੋਲ ਇਹ ਵਾਲਾ ਪੁਆਇੰਟ -1 ਤੇ 4। ਉਸ ਤੋਂ ਬਾਅਦ 0 ਤੇ ਹੀ ਰਹਿਣਾ ਸੀ, -1.25, -1 ਹੇਠਾਂ ਵਾਲੇ ਪਾਸੇ, 0.25 ਮਤਲਬ ਚੌਥਾ ਹਿੱਸਾ ਅੱਗੇ, -2 ਤੇ -3 ਦੇ ਵਿਚਕਾਰ ਅਸੀਂ ਚੌਥਾ ਹਿੱਸਾ ਲਿਖਣ ਲੱਗੇ ਹਾਂ। ਮੀਨਸ ਇੱਥੇ ਹੋਏਗਾ, ਇਹ ਹੋਏਗਾ 0 ਤੇ -1.25 ਵਾਲਾ ਇਹ ਪੁਆਇੰਟ। ਉਸ ਤੋਂ ਬਾਅਦ ਹੈ 1 ਤੇ 3, 1 ਇੱਧਰ 3 ਇੱਥੇ, ਆਹ ਦੇਖੋ ਬੱਚੇ ਪੁਆਇੰਟ ਆ ਗਿਆ। 1 x ਐਕਸਿਸ ਤੇ 1 ਕਦਮ ਮੂਵ ਕਰਨਾ ਹੈ, ਤੇ y ਐਕਸਿਸ ਵਾਲੇ ਪਾਸੇ 3 ਕਦਮ ਜਾਣਾ ਹੈ। ਲਾਸਟ ਹੈਗਾ 3 -1, 3 ਇੱਧਰ, ਫਿਰ ਅਬ ਕਰਦੇ ਹਾਂ ਥੋੜਾ ਜਿਹਾ, 3 0 ਤੋਂ ਲੈ ਕੇ ਇੱਥੇ ਤੱਕ ਪਹੁੰਚ ਗਏ, ਫਿਰ 1 ਕਦਮ ਹੇਠਾਂ ਵਾਲੇ ਪਾਸੇ, ਮਤਲਬ ਇੱਥੇ ਅਸੀਂ ਪਹੁੰਚ ਗਏ। ਆਹ ਜਿਹੜੀ ਪੋਜੀਸ਼ਨ ਹੈ ਇਹ ਹੈਗੀ ਹੈ 3 ਤੇ -1 ਵਾਲੀ। ਇਹ ਸੀਗਾ ਸਾਡਾ ਕੁਐਸਚਨ। ਅਗਲਾ ਕੁਐਸਚਨ ਹੈ ਕਾਰਟੀਜ਼ਨ ਸਮਤਲ ਹੈ, ਇੱਕ ਪਲੇਨ ਹੈਗਾ, ਇਹਦੇ ਤੇ ਫਿਰ ਇਹ ਸਾਰੇ ਜਿਹੜੇ ਪੁਆਇੰਟ ਹੈ ਉਹ ਲੋਕੇਟ ਕਰਾਂਗੇ। ਚਲੋ ਕਰਦੇ ਆ। 5 0 ਬੱਚਿਓ ਇੱਥੇ ਹੀ ਹੈ, ਇਹਦੇ ਨਾਲ ਤੁਸੀਂ ਲਿਖ ਦੇਣਾ 5 0। ਨੈਕਸਟ ਹੈ 0 ਤੇ 5, 0 ਤੇ 5 y ਐਕਸਿਸ ਦੇ ਉੱਪਰ, 0 ਤੇ 5। ਨੈਕਸਟ ਹੈਗਾ
2 5 2 कदम इधर 5 कदम ऊपर, ये पॉइंट आ गया 2 ते 5 का। अपने आप सॉल्व करो नाल नाल। 5 ते 2 5 ते 2, ये पॉइंट आ गया साडे कोल 5 2। नैक्सट हैगा -3 ते 5, -3 लैफ्ट हैंड साइड ते मतलब सैकेंड क्वाड्रेंट विच असीं पहुँच गए, -3 ते 5। नैक्सट है -3 ते -5, फोर्थ क्वाड्रेंट विच असीं पहुँचे इत्थे, -3 ते -5। इस तरह बच्चे असीं बाकी जिहड़े पॉइंट्स है उन्होंने भी कार्टेशियन प्लेन ते ईजीली दर्शा सकते हैं। लास्ट क्वेश्चन ऑफ दिस वर्कशीट, ये कोशिश करो तुसी अपने आप प्लॉट करो। कार्टेशियन प्लेन्स के उपर ग्राफ बनया होया, उहदे सिर्फ तुसी अगले पॉइंट्स जिहड़े इन्हां नूं लिखना है। तुसी इस तरीके नाल लिखना है x ते y हेठां वाले। हुण सैकेंड वाला देखो कित्थे होएगा, सैकेंड वाला मैं तुहानूं करवा दिंदी हाँ। 0 है मतलब x ते असीं 0 कदम उत्थे ही रुकना है, y वाले पासे असीं 3.5 कदम जाना, -3.5 तो कित्थों तक पहुँचांगे असीं बच्चों 3 ते 4 दे बिल्कुल विचकार इत्थे पहुँचांगे असीं। ये जिहड़ा पॉइंट आएगा इनू असीं कल्ले पॉइंट वाइज लिख लैंदे आ। ये जिहड़ा पॉइंट है 3 ते 4 दे बिल्कुल विचकार, ये होएगा 0 ते -3.5। बाकी सारे नॉर्मल नंबर्स ने, इन्हां नूं अपने कार्टेशियन प्लेन के उपर दर्शाओ। ये सी बच्चों साडी वर्कशीट नंबर 3, जिहदे विच असीं निर्देश अंक जमायती का पूरा लैसन कवरअप किया है। बाकी असीं 10th क्लास दे विच इहदा अगला हिस्सा जिहड़ा वो पढ़ांगे। थैंक यू सो मच फॉर वॉचिंग।